ਲੋਕਤੰਤਰ ਕੀ ਹੈ, ਲੋਕਤੰਤਰ ਕੀ ਹੋਣਾ ਚਾਹੀਦਾ ਹੈ, ਇਸ ਸੰਬੰਧੀ ਸਾਨੂੰ ਅਲੱਗ-ਅਲੱਗ ਵਿਚਾਰਕਾਂ ਦੇ ਅਲੱਗ-ਅਲੱਗ ਵਿਚਾਰ ਮਿਲਦੇ ਹਨ। ਇਹ ਜਿਹੜੇ ਵਿਚਾਰ ਨੇ ਇਹ ਮੁੱਖ ਤੌਰ ਤੇ ਆਈਡੀਓਲੋਜੀ ਤੇ ਆਧਾਰਿਤ ਹਨ। ਉਦਾਰਵਾਦੀਆਂ ਦੇ ਵਿਚਾਰ ਲੋਕਤੰਤਰ ਸੰਬੰਧੀ ਡਿਫਰੈਂਟ ਹਨ, ਸਮਾਜਵਾਦੀਆਂ ਦੇ ਵਿਚਾਰ ਡਿਫਰੈਂਟ ਹਨ। ਇਸ ਲੈਕਚਰ ਦੇ ਵਿੱਚ ਅਸੀਂ ਅਧਿਐਨ ਕਰਾਂਗੇ ਕਿ ਜਿਹੜੇ ਸਮਾਜਵਾਦੀ ਨੇ ਉਹਨਾਂ ਦੇ ਲੋਕਤੰਤਰ ਸੰਬੰਧੀ ਕੀ ਵਿਚਾਰ ਹਨ, ਜਿਹੜਾ ਉਦਾਰਵਾਦੀ ਲੋਕਤੰਤਰ ਹੈ ਉਸ ਸੰਬੰਧੀ ਕੀ ਵਿਚਾਰ ਹਨ, ਜਿਹੜਾ ਸਮਾਜਵਾਦੀ ਲੋਕਤੰਤਰ ਇਹ ਮੰਨਦੇ ਨੇ ਸਮਾਜਵਾਦੀ ਉਸ ਲੋਕਤੰਤਰ ਸੰਬੰਧੀ ਇਹਨਾਂ ਦੇ ਕੀ ਵਿਚਾਰ ਹਨ। ਹਰ ਰਾਜਨੀਤਿਕ ਵਿਚਾਰਧਾਰਾ ਸਮੇਂ ਦੇ ਹਾਲਾਤ ਦੇ ਵਿੱਚੋਂ ਉਪਜਦੀ ਹੈ। ਜਿਵੇਂ ਉਦਾਰਵਾਦ ਬਾਰੇ ਅਸੀਂ ਗੱਲ ਕਰਕੇ ਹਟੇ ਹਾਂ ਕਿ ਉਦਾਰਵਾਦ 15ਵੀਂ-16ਵੀਂ ਸਦੀ ਦੇ ਵਿੱਚ ਜੋ ਆਰਥਿਕ ਹਾਲਾਤ ਸੀ, ਰਾਜਨੀਤਿਕ ਹਾਲਾਤ ਸੀ, ਸਮਾਜਿਕ ਹਾਲਾਤ ਸੀ, ਭਾਵ ਹਰੇਕ ਖੇਤਰ ਦੇ ਵਿੱਚ ਵਿਅਕਤੀ ਨੂੰ ਬੰਧਨਾਂ ਦੇ ਵਿੱਚ ਬੰਨਿਆ ਹੋਇਆ ਸੀ, ਵਿਅਕਤੀ ਦੀ ਕੋਈ ਇੰਡੀਵਿਜੂਅਲ ਆਈਡੈਂਟੀਟੀ ਨਹੀਂ ਸੀ, ਉਸ ਦੇ ਰਿਐਕਸ਼ਨ ਵਜੋਂ ਉਦਾਰਵਾਦ ਪੈਦਾ ਹੋਇਆ। ਉਦਾਰਵਾਦ ਨੇ ਮੰਗ ਕੀਤੀ ਕਿ ਵਿਅਕਤੀ ਨੂੰ ਹਰ ਖੇਤਰ ਦੇ ਵਿੱਚ ਵੱਧ ਤੋਂ ਵੱਧ ਖੁੱਲ੍ਹਾ ਛੱਡਿਆ ਜਾਵੇ, ਵੱਧ ਤੋਂ ਵੱਧ ਸੁਤੰਤਰਤਾ ਪ੍ਰਦਾਨ ਕੀਤੀ ਜਾਵੇ। ਇਸ ਸੁਤੰਤਰਤਾ ਦਾ ਇੱਕ ਮਾੜਾ ਪ੍ਰਭਾਵ ਇਹ ਪਿਆ, ਜਦੋਂ ਆਰਥਿਕ ਖੇਤਰ ਦੇ ਵਿੱਚ ਸੁਤੰਤਰਤਾ ਦਿੱਤੀ ਗਈ ਤਾਂ ਇਕਨੋਮੀ ਤੇ ਕੁਝ ਲੋਕਾਂ ਦਾ ਕਬਜ਼ਾ ਹੋ ਗਿਆ। ਅਮੀਰ ਹੋਰ ਅਮੀਰ ਹੁੰਦੇ ਗਏ, ਗਰੀਬ ਹੋਰ ਗਰੀਬ ਹੁੰਦੇ ਗਏ, ਤੇ ਜਿਨ੍ਹਾਂ ਦਾ ਇਕਨੋਮੀ ਤੇ ਕਬਜ਼ਾ ਹੋ ਗਿਆ ਉਹਨਾਂ ਨੇ ਸਮਾਜਿਕ ਤਾਣੇ ਬਾਣੇ ਤੇ ਵੀ ਕਬਜ਼ਾ ਕੀਤਾ, ਰੀਤੀ ਰਿਵਾਜ ਵੀ ਉਹਨਾਂ ਦੇ ਅਕੋਰਡਿੰਗਲੀ ਬਣਨ ਲੱਗੇ ਅਤੇ ਰਾਜਨੀਤਿਕ ਸ਼ਕਤੀ ਤੇ ਵੀ ਉਹਨਾਂ ਨੇ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ। ਜਿਹੜੀ ਇਹ ਅਸਾਵਾਂਪਣ ਸੀ, ਇਹ ਅਸਮਾਨਤਾ ਪੈਦਾ ਹੋਈ ਸੀ ਉਦਾਰਵਾਦ ਨੂੰ ਪ੍ਰੈਕਟੀਕਲ ਰੂਪ ਦੇਣ ਤੋਂ ਬਾਅਦ ਜਾਂ ਉਦਾਰਵਾਦੀ ਲੋਕਤੰਤਰ ਦੇ ਅਪਲਾਈ ਕੀਤੇ ਜਾਣ ਤੋਂ ਬਾਅਦ। ਉਸ ਦੇ ਰਿਐਕਸ਼ਨ ਵਜੋਂ ਮਾਰਕਸਵਾਦ ਪੈਦਾ ਹੋਇਆ, ਸਮਾਜਵਾਦ ਪੈਦਾ ਹੋਇਆ। ਉਦਾਰਵਾਦ ਪੂੰਜੀਪਤੀ ਸ਼੍ਰੇਣੀ ਦੀ ਵਿਚਾਰਧਾਰਾ ਸੀ, ਜਿਹੜੇ ਕਹਿੰਦੇ ਸੀ ਹਰ ਖੇਤਰ ਦੇ ਵਿੱਚ ਸੁਤੰਤਰਤਾ ਚਾਹੀਦੀ ਹੈ, ਵਿਸ਼ੇਸ਼ ਕਰਕੇ ਆਰਥਿਕ ਖੇਤਰ ਦੇ ਵਿੱਚ। ਇਸ ਦੇ ਉਲਟ ਜੋ ਸਮਾਜਵਾਦ ਹੈ ਇਹ ਮਜ਼ਦੂਰ ਵਰਗ ਦੀ ਵਿਚਾਰਧਾਰਾ ਹੈ। ਮਾਰਕਸਵਾਦ ਉਦਾਰਵਾਦੀਆਂ ਦੇ ਇਸ ਵਿਚਾਰ ਨਾਲ ਤਾਂ ਸਹਿਮਤ ਹੈ ਕਿ ਲੋਕਤੰਤਰ ਲੋਕਾਂ ਦਾ ਸ਼ਾਸਨ ਹੁੰਦਾ ਹੈ, ਲੋਕ ਰਾਜ ਹੁੰਦਾ ਹੈ, ਪਰੰਤੂ ਇਸ ਵਿਚਾਰ ਨਾਲ ਸਹਿਮਤ ਨਹੀਂ ਹੈ ਕਿ ਸਾਰੇ ਲੋਕਾਂ ਦਾ ਰਾਜ ਹੁੰਦਾ ਹੈ। ਮਾਰਕਸਵਾਦ ਮੰਨਦਾ ਹੈ ਕਿ ਲੋਕਤੰਤਰ ਉਸ ਕਲਾਸ ਦੇ ਲੋਕਾਂ ਦੇ ਲੋਕਤੰਤਰ ਹੁੰਦਾ ਹੈ ਜਿਨ੍ਹਾਂ ਦੇ ਹੱਥ ਵਿੱਚ ਸਮਾਜ ਦੀ ਆਰਥਿਕਤਾ ਹੁੰਦੀ ਹੈ, ਆਰਥਿਕ ਸਾਧਨ ਹੁੰਦੇ ਹਨ, ਭਾਵ ਜਿਨ੍ਹਾਂ ਦਾ ਬਿਜ਼ਨਸ ਤੇ ਜਾਂ ਇੰਡਸਟਰੀ ਤੇ ਕਬਜ਼ਾ ਹੈ, ਉਹਨਾਂ ਦਾ ਹੀ ਰਾਜਨੀਤਿਕ ਸ਼ਕਤੀ ਤੇ ਵੀ ਕਬਜ਼ਾ ਹੁੰਦਾ ਹੈ ਲੋਕਤੰਤਰ ਦੇ ਵਿੱਚ। ਲੋਕਤੰਤਰ ਦੇ ਵਿੱਚ ਵੀ ਸਾਰੇ ਲੋਕ ਬਰਾਬਰ ਨਹੀਂ ਹੁੰਦੇ। ਉਦਾਰਵਾਦੀ ਲੋਕਤੰਤਰ ਦੇ ਇਹ ਬੜੇ ਕੱਟੜ ਆਲੋਚਕ ਹਨ। ਮਾਰਕਸਵਾਦੀ ਜਿਹੜਾ ਇਹ ਪੱਛਮੀ ਕਿਸਮ ਦਾ ਲੋਕਤੰਤਰ ਹੈ, ਇੰਗਲੈਂਡ ਦੇ ਵਿੱਚ, ਫਰਾਂਸ ਦੇ ਵਿੱਚ, ਅਮਰੀਕਾ ਦੇ ਵਿੱਚ, ਉਸ ਨੂੰ ਇਹ ਬੁਰਜੂਆ ਲੋਕਤੰਤਰ ਜਾਂ ਅਮੀਰ ਲੋਕਾਂ ਦਾ ਲੋਕਤੰਤਰ ਮੰਨਦੇ ਹਨ। ਇਸ ਪ੍ਰਕਾਰ ਦੇ ਲੋਕਤੰਤਰ ਦੇ ਵਿੱਚ ਇਹ ਮੰਨਦੇ ਹਨ ਕਿ ਆਰਥਿਕ ਸਾਧਨਾਂ ਤੇ ਪੂੰਜੀਪਤੀਆਂ ਦਾ ਕਬਜ਼ਾ ਹੁੰਦਾ ਹੈ, ਪੈਸਾ ਖਰਚ ਕੇ ਹੀ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ, ਪੈਸਾ ਖਰਚ ਕੇ ਹੀ ਚੋਣਾਂ ਲੜੀਆਂ ਜਾ ਸਕਦੀਆਂ ਹਨ। ਇਸ ਲਈ ਜਿਨ੍ਹਾਂ ਦਾ ਪੈਸੇ ਤੇ ਕਬਜ਼ਾ ਹੈ ਉਹਨਾਂ ਦਾ ਰਾਜਨੀਤਿਕ ਸ਼ਕਤੀ ਤੇ ਵੀ ਆਟੋਮੈਟਿਕਲੀ ਕਬਜ਼ਾ ਹੋ ਜਾਂਦਾ ਹੈ। ਮਾਰਕਸਵਾਦੀ ਜਾਂ ਸਮਾਜਵਾਦੀ ਮੰਨਦੇ ਹਨ ਕਿ ਜਿਹੜਾ ਉਦਾਰਵਾਦੀ ਲੋਕਤੰਤਰ ਹੈ ਅਸਲ ਦੇ ਵਿੱਚ ਇਹ ਪੂੰਜੀਪਤੀਆਂ ਦੀ ਤਾਨਾਸ਼ਾਹੀ ਹੈ, ਇਹ ਮਜ਼ਦੂਰਾਂ ਦੇ ਉੱਪਰ ਤਾਨਾਸ਼ਾਹੀ ਹੈ, ਜਿੱਥੇ ਮਜ਼ਦੂਰਾਂ ਦੇ ਹਿੱਤਾਂ ਦੀ ਅਣਦੇਖੀ ਕੀਤੀ ਜਾਂਦੀ ਹੈ, ਇਗਨੋਰ ਕੀਤਾ ਜਾਂਦਾ ਹੈ। ਪੂੰਜੀਪਤੀਆਂ ਦੇ ਹਿੱਤਾਂ ਨੂੰ ਸਭ ਤੋਂ ਪਹਿਲਾਂ ਪ੍ਰੋਟੈਕਟ ਕੀਤਾ ਜਾਂਦਾ ਹੈ। ਸਮਾਜਵਾਦੀ ਵਿਚਾਰਧਾਰਾ ਮੰਨਦੀ ਹੈ ਕਿ ਜਦੋਂ ਪੂੰਜੀਵਾਦ ਆਪਣੀ ਚਰਮ ਸੀਮਾ ਤੇ ਆਪਣੇ ਐਕਸਟ੍ਰੀਮ ਪੁਆਇੰਟ ਤੇ ਪਹੁੰਚ ਜਾਵੇਗਾ, ਉਸ ਸਮੇਂ ਇੱਕ ਘਟਨਾ ਵਾਪਰੇਗੀ। ਉਹ ਘਟਨਾ ਹੋਵੇਗੀ ਸਮਾਜਵਾਦੀ ਕ੍ਰਾਂਤੀ ਜਾਂ ਮਜ਼ਦੂਰਾਂ ਦੀ ਕ੍ਰਾਂਤੀ। ਮਾਰਕਸਵਾਦੀ ਮੰਨਦੇ ਹਨ ਕਿ ਉਦਾਰਵਾਦੀ ਲੋਕਤੰਤਰ ਦੇ ਵਿੱਚ ਜਿਹੜੇ ਪੂੰਜੀਵਾਦੀ ਲੋਕ ਨੇ ਉਹਨਾਂ ਦਾ ਸਰਕਾਰ ਦੀਆਂ ਸਾਰੀਆਂ ਸੰਸਥਾਵਾਂ ਤੇ, ਜਿਵੇਂ ਪਾਰਲੀਮੈਂਟ ਤੇ, ਮੰਤਰੀ ਮੰਡਲ ਤੇ, ਅਦਾਲਤਾਂ ਤੇ, ਹਰ ਕਿਸੇ ਤੇ ਪੂੰਜੀਪਤੀ ਲੋਕਾਂ ਦਾ ਕਬਜ਼ਾ ਹੁੰਦਾ ਹੈ। ਮਜ਼ਦੂਰਾਂ ਦੀ ਕ੍ਰਾਂਤੀ ਹੋਵੇਗੀ, ਮਜ਼ਦੂਰ ਇਹਨਾਂ ਸਾਰੀਆਂ ਸੰਸਥਾਵਾਂ ਤੇ ਆਪਣਾ ਕਬਜ਼ਾ ਕਰ ਲੈਣਗੇ। ਜਿਹੜਾ ਮਜ਼ਦੂਰਾਂ ਦੀ ਕ੍ਰਾਂਤੀ ਤੋਂ ਬਾਅਦ ਸ਼ਾਸਨ ਪ੍ਰਬੰਧ ਲਾਗੂ ਹੋਵੇਗਾ ਉਸ ਨੂੰ ਮਜ਼ਦੂਰਾਂ ਦੀ ਤਾਨਾਸ਼ਾਹੀ ਜਾਂ ਸਮਾਜਵਾਦੀ ਲੋਕਤੰਤਰ ਕਿਹਾ ਜਾਵੇਗਾ। ਜਿਹੜਾ ਮਜ਼ਦੂਰਾਂ ਦੀ ਕ੍ਰਾਂਤੀ ਤੋਂ ਪਹਿਲਾਂ ਦਾ ਲੋਕਤੰਤਰ ਹੈ, ਸਮਾਜਵਾਦੀ ਉਸ ਨੂੰ ਉਦਾਰਵਾਦੀ ਲੋਕਤੰਤਰ ਜਾਂ ਬੁਰਜੂਆ ਲੋਕਤੰਤਰ ਕਹਿੰਦੇ ਹਨ। ਇਹ ਕਹਿੰਦੇ ਜਿਹੜਾ ਕ੍ਰਾਂਤੀ ਤੋਂ ਬਾਅਦ ਦੇ ਵਿੱਚ ਮਜ਼ਦੂਰਾਂ ਦੀ ਅਗਵਾਈ ਦੇ ਵਿੱਚ ਲੋਕਤੰਤਰ ਲਾਗੂ ਹੋਵੇਗਾ, ਉਹ ਅਸਲੀ ਲੋਕਤੰਤਰ ਹੋਵੇਗਾ, ਸਮਾਜਵਾਦੀ ਲੋਕਤੰਤਰ ਹੋਵੇਗਾ। ਉਸ ਲੋਕਤੰਤਰ ਦੇ ਵਿੱਚ ਫਿਰ ਉਲਟਾ ਹੋਵੇਗਾ ਸਾਰਾ ਕੁਝ। ਉੱਥੇ ਸਰਕਾਰ ਦੀਆਂ ਸਾਰੀਆਂ ਸੰਸਥਾਵਾਂ ਜਿਵੇਂ ਪਾਰਲੀਮੈਂਟ, ਕਾਰਜਪਾਲਿਕਾ, ਅਦਾਲਤਾਂ, ਪੁਲਿਸ, ਸੈਨਾ, ਸਾਰੀਆਂ ਸੰਸਥਾਵਾਂ ਤੇ ਮਜ਼ਦੂਰਾਂ ਦੀ ਤਾਨਾਸ਼ਾਹੀ ਸਥਾਪਿਤ ਹੋ ਜਾਵੇਗੀ, ਮਜ਼ਦੂਰ ਵਰਗ ਦਾ ਕਬਜ਼ਾ ਹੋਵੇਗਾ। ਹੁਣ ਤੱਕ ਅਸੀਂ ਗੱਲ ਕਰਕੇ ਹਟਿਆ ਕਿ ਸਮਾਜਵਾਦ ਦੇ ਵਿਊ ਪੁਆਇੰਟ ਅਨੁਸਾਰ ਉਦਾਰਵਾਦੀ ਲੋਕਤੰਤਰ ਕਿਸ ਤਰ੍ਹਾਂ ਦਾ ਹੈ। ਉਦਾਰਵਾਦੀ ਲੋਕਤੰਤਰ ਨੂੰ ਇਹ ਬੁਰਜੂਆ ਲੋਕਤੰਤਰ ਆਖਦੇ ਹਨ, ਅਮੀਰਾਂ ਦਾ ਲੋਕਤੰਤਰ ਆਖਦੇ ਹਨ। ਫਿਰ ਇਹਨਾਂ ਨੇ ਕਿਹਾ ਹੈ ਕਿ ਕਿਸੇ ਸਮੇਂ ਕ੍ਰਾਂਤੀ ਆਵੇਗੀ ਤੇ ਸਮਾਜਵਾਦੀ ਲੋਕਤੰਤਰ ਸਥਾਪਿਤ ਹੋਵੇਗਾ। ਆਓ ਹੁਣ ਵੇਖਦੇ ਹਾਂ ਕਿ ਸਮਾਜਵਾਦੀ ਵਿਚਾਰਧਾਰਾ ਦੇ ਅਨੁਸਾਰ ਸਮਾਜਵਾਦੀ ਲੋਕਤੰਤਰ ਹੋਣਗੀਆਂ। ਪਹਿਲੇ ਤਾਂ ਕਹਿੰਦੇ ਨੇ ਇਹ ਇੱਕ ਅਸਥਾਈ ਅਵਸਥਾ ਹੋਵੇਗੀ, ਜਿਸ ਤਰ੍ਹਾਂ ਹੁਣ ਪੂੰਜੀਵਾਦ ਹੈ, ਫਿਰ ਸਮਾਜਵਾਦ ਆਵੇਗਾ, ਫਿਰ ਸਾਮਵਾਦ ਆਵੇਗਾ, ਕਮਿਊਨਿਜ਼ਮ ਆਵੇਗਾ। ਸਮਾਜਵਾਦ ਤੇ ਸਾਮਵਾਦ ਦੋ ਡਿਫਰੈਂਟ ਵਿਵਸਥਾਵਾਂ ਹਨ। ਸਮਾਜਵਾਦ ਉਹ ਵਿਵਸਥਾ ਹੈ ਜਿਹੜੀ ਕ੍ਰਾਂਤੀ ਤੋਂ ਬਾਅਦ ਆਉਂਦੀ ਹੈ, ਜਿੱਥੇ ਸਰਕਾਰ ਔਰ ਰਾਜ ਹੋਂਦ ਵਿੱਚ ਹੁੰਦੇ ਹਨ, ਜਿਵੇਂ ਪੂੰਜੀਵਾਦ ਦੇ ਵਿੱਚ ਹਨ। ਅਤੇ ਕਮਿਊਨਿਜ਼ਮ ਉਹ ਸਟੇਜ ਹੈ ਜਿੱਥੇ ਨਾ
ਰਾਜ ਹੈ, ਨਾ ਸਰਕਾਰ ਹੈ, ਨਾ ਵਰਗ ਵੰਡ ਹੈ, ਸਾਰੇ ਲੋਕ ਆਪਸ ਦੇ ਵਿੱਚ ਬਰਾਬਰ ਹਨ। ਇਹ ਅਸਥਾਈ ਵਿਵਸਥਾ ਕਿਸ ਤਰ੍ਹਾਂ ਹੋਵੇਗੀ? ਮਾਰਕਸਵਾਦੀ ਦ੍ਰਿਸ਼ਟੀਕੋਣ ਕਹਿੰਦਾ ਹੈ ਕਿ ਸਮਾਜਵਾਦੀ ਲੋਕਤੰਤਰ ਕੋਈ ਪਰਮਾਨੈਂਟ ਵਿਵਸਥਾ ਨਹੀਂ ਹੋਵੇਗੀ। ਇਹ ਵਿਵਸਥਾ ਕਿਉਂਕਿ ਕ੍ਰਾਂਤੀ ਤੋਂ ਬਾਅਦ ਆਵੇਗੀ, ਇਸ ਲਈ ਕ੍ਰਾਂਤੀ ਦੇ ਦੌਰਾਨ ਜਿਹੜੇ ਬਚੇ ਕੁਝ ਅੰਸ਼ ਰਹਿ ਜਾਣਗੇ ਪੂੰਜੀਵਾਦ ਦੇ, ਇਹ ਉਹਨਾਂ ਦੇ ਪੂਰਨ ਸਫਾਈ ਲਈ ਹੋਵੇਗੀ। ਪੂੰਜੀਵਾਦ ਦੇ ਬਚੇ ਖੁੱਚੇ ਅੰਸ਼ਾਂ ਦਾ ਪੂਰਨ ਨਾਸ਼ ਕਰਨ ਲਈ ਇਹ ਸਟੇਜ ਆਵੇਗੀ ਅਤੇ ਪੂੰਜੀਵਾਦ ਦੀਆਂ ਜਿਹੜੀਆਂ ਸਹਾਇਕ ਸੰਸਥਾਵਾਂ ਹਨ, ਜਿਹੜੇ ਪੂੰਜੀਵਾਦ ਨੂੰ ਸਪੋਰਟ ਕਰਦੀਆਂ ਹਨ, ਜਿਹੜੇ ਰੀਤੀ ਰਿਵਾਜ ਹਨ, ਸੱਭਿਆਚਾਰ ਹੈ, ਪੂੰਜੀਵਾਦ ਨੂੰ ਸਪੋਰਟ ਕਰਦਾ ਹੈ, ਉਸ ਨੂੰ ਖਤਮ ਕਰਨ ਲਈ ਇਹ ਇੱਕ ਆਰਜੀ ਸਟੇਜ ਹੋਵੇਗੀ। ਕਿਉਂਕਿ ਮਾਰਕਸਵਾਦ ਦਾ ਜਿਹੜਾ ਅੰਤਮ ਨਿਸ਼ਾਨਾ ਉਹ ਤਾਂ ਇੱਕ ਇਸ ਤਰ੍ਹਾਂ ਦੀ ਸੁਸਾਇਟੀ ਦੀ ਸਥਾਪਨਾ ਕਰਨਾ ਜਿੱਥੇ ਨਾ ਕੋਈ ਕਲਾਸਿਸ ਹੋਣ, ਸ਼੍ਰੇਣੀਆਂ ਹੋਣ ਤੇ ਨਾ ਕੋਈ ਰਾਜ ਹੋਵੇ, ਨਾ ਸਰਕਾਰ ਹੋਵੇ। ਕਿਉਂਕਿ ਮਾਰਕਸਵਾਦੀ ਕਹਿੰਦੇ ਨੇ ਕਿ ਰਾਜ ਦੀ ਜ਼ਰੂਰਤ ਉੱਥੇ ਹੀ ਪੈਂਦੀ ਹੈ ਜਿੱਥੇ ਕਲਾਸਾਂ ਹੋਣ। ਜਦੋਂ ਕਲਾਸਿਸ ਖਤਮ ਹੋ ਜਾਣਗੀਆਂ, ਸਮਾਜ ਦੇ ਵਿੱਚੋਂ ਵਰਗ ਵੰਡ ਖਤਮ ਹੋ ਜਾਵੇਗੀ, ਫਿਰ ਰਾਜ ਦੀ ਵੀ ਜ਼ਰੂਰਤ ਨਹੀਂ ਪਵੇਗੀ। ਇਸ ਤਰ੍ਹਾਂ ਸਮਾਜ ਸ਼੍ਰੇਣੀਹੀਣ ਬਣ ਜਾਵੇਗਾ, ਸਮਾਜਵਾਦੀ ਰਾਜ ਸਮਾਪਤ ਹੋ ਜਾਵੇਗਾ ਅਤੇ ਸਾਮਵਾਦ ਜਾਂ ਕਮਿਊਨਿਜ਼ਮ ਜਿਹੜੀ ਅੰਤਮ ਨਿਸ਼ਾਨਾ ਹੈ ਸਮਾਜਵਾਦ ਦਾ ਉਹ ਆ ਜਾਵੇਗਾ। ਦੂਸਰੀ ਵਿਸ਼ੇਸ਼ਤਾ ਹੈ ਸਮਾਜਵਾਦੀ ਲੋਕਤੰਤਰ ਦੀ ਕਿ ਇਹ ਟੋਟੈਲੀਟੇਰੀਅਨ ਡੈਮੋਕ੍ਰੇਸੀ ਆਫ ਪ੍ਰੋਲੀਟੇਰੀਏਟ ਹੋਵੇਗੀ, ਮਜ਼ਦੂਰਾਂ ਦਾ ਸਰਵਸੱਤਾਵਾਦੀ ਲੋਕਤੰਤਰ ਹੋਵੇਗਾ। ਸਮਾਜਵਾਦੀ ਲੋਕਤੰਤਰ ਮਜ਼ਦੂਰਾਂ ਦਾ ਸਰਵਸੱਤਾਵਾਦੀ ਰਾਜ ਹੋਵੇਗਾ, ਭਾਵ ਇੱਥੇ ਸਰਕਾਰ ਦੀਆਂ ਸਾਰੀਆਂ ਸੰਸਥਾਵਾਂ, ਸੰਸਦ, ਮੰਤਰੀ ਮੰਡਲ, ਪੁਲਿਸ, ਸੈਨਾ, ਮੀਡੀਆ, ਰੀਤੀ ਰਿਵਾਜ, ਧਰਮ, ਨੈਤਿਕਤਾ ਸਾਰਾ ਕੁਝ ਮਜ਼ਦੂਰਾਂ ਦੇ ਹੱਥ ਵਿੱਚ ਹੋਵੇਗਾ। ਨੈਤਿਕਤਾ ਦੇ ਰੂਲ ਰੈਗੂਲੇਸ਼ਨ ਉਹ ਹੋਣਗੇ ਜਿਹੜੇ ਮਜ਼ਦੂਰ ਤੈਅ ਕਰਨਗੇ, ਨਾ ਕਿ ਅਮੀਰਾਂ ਦੁਆਰਾ ਤੈਅ ਕੀਤੇ ਜਾਣਗੇ। ਧਰਮ ਦੇ ਰੂਲ ਰੈਗੂਲੇਸ਼ਨ ਉਹ ਹੋਣਗੇ ਜਿਹੜੇ ਮਜ਼ਦੂਰ ਤੈਅ ਕਰਨਗੇ। ਇਸ ਰਾਜ ਦੇ ਵਿੱਚ ਰਾਜ ਪ੍ਰਬੰਧ ਦੀ ਸਮੁੱਚੀ ਸ਼ਕਤੀ ਮਜ਼ਦੂਰਾਂ ਦੇ ਹੱਥ ਵਿੱਚ ਹੋਵੇਗੀ, ਜਿਸ ਦੀ ਵਰਤੋਂ ਉਹ ਪੂੰਜੀਪਤੀਆਂ ਦੇ ਵਿਰੋਧ ਨੂੰ ਦਬਾਉਣ ਲਈ ਕਰਨਗੇ। ਕਿਉਂਕਿ ਪੂੰਜੀਪਤੀ ਜਿਨ੍ਹਾਂ ਤੋਂ ਕ੍ਰਾਂਤੀ ਦੇ ਦੌਰਾਨ ਸਾਰਾ ਕੁਝ ਖੋਹਿਆ ਗਿਆ ਹੈ, ਹੋ ਸਕਦਾ ਉਹ ਬਦਲਵੀਂ ਕ੍ਰਾਂਤੀ ਕਰਨ, ਹੋ ਸਕਦਾ ਦੁਬਾਰਾ ਉਹ ਖੋਹਣ ਦੀ ਕੋਸ਼ਿਸ਼ ਕਰਨ ਜੋ ਮਜ਼ਦੂਰਾਂ ਨੇ ਉਹਨਾਂ ਤੋਂ ਖੋਹਿਆ ਹੈ, ਸਰਕਾਰ ਤੇ ਦੁਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ। ਇਹ ਉਸ ਪੋਸੀਬਿਲਿਟੀ ਨੂੰ ਖਤਮ ਕਰਨ ਲਈ ਕੰਮ ਕਰੇਗਾ ਇਹ ਜਿਹੜਾ ਸਮਾਜਵਾਦੀ ਲੋਕਤੰਤਰ ਹੈ। ਜਿਸ ਤਰ੍ਹਾਂ ਪੂੰਜੀਵਾਦੀ ਲੋਕਤੰਤਰ ਦਾ ਅਰਥ ਅਮੀਰਾਂ ਲਈ ਲੋਕਤੰਤਰ ਹੈ, ਮਜ਼ਦੂਰਾਂ ਲਈ ਤਾਨਾਸ਼ਾਹੀ ਹੈ, ਉਸੇ ਤਰ੍ਹਾਂ ਸਮਾਜਵਾਦੀ ਲੋਕਤੰਤਰ ਦਾ ਅਰਥ ਮਜ਼ਦੂਰਾਂ ਲਈ ਲੋਕਤੰਤਰ ਪਰੰਤੂ ਪੂੰਜੀਪਤੀਆਂ ਲਈ ਇਸ ਦਾ ਅਰਥ ਤਾਨਾਸ਼ਾਹੀ ਹੋਵੇਗਾ। ਤੀਸਰੀ ਵਿਸ਼ੇਸ਼ਤਾ ਹੋਵੇਗੀ ਉਤਪਾਦਨ ਅਤੇ ਵੰਡ ਪ੍ਰਣਾਲੀ ਦਾ ਸਮਾਜੀਕਰਨ ਕੀਤਾ ਜਾਵੇਗਾ, ਸੋਸ਼ਲਾਈਜੇਸ਼ਨ ਕੀਤੀ ਜਾਵੇਗੀ। ਮਾਰਕਸਵਾਦੀ ਸਿਧਾਂਤ ਦੇ ਅਨੁਸਾਰ ਸਮਾਜਵਾਦੀ ਰਾਜ ਦੁਆਰਾ ਜਦੋਂ ਵੀ ਸਥਾਪਿਤ ਹੋਵੇਗਾ, ਉਤਪਾਦਨ ਦੇ ਸਾਧਨਾਂ ਦਾ, ਵੰਡ ਦੇ ਸਾਧਨਾਂ ਦਾ ਪੂਰਨ ਤੌਰ ਤੇ ਸਮਾਜੀਕਰਨ ਕੀਤਾ ਜਾਵੇਗਾ। ਪੂੰਜੀਪਤੀਆਂ ਦੀ ਸੰਪਤੀ, ਉਹਨਾਂ ਦੀਆਂ ਫੈਕਟਰੀਆਂ ਖੋਹ ਲਏ ਜਾਣਗੇ, ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ, ਉਹਨਾਂ ਤੋਂ ਖੋਹੇ ਜਾਣਗੇ ਤੇ ਜਨਤਕ ਖੇਤਰ ਦੇ ਵਿੱਚ ਭਾਵ ਪਬਲਿਕ ਸੈਕਟਰ ਦੇ ਵਿੱਚ ਜਾਂ ਸਰਕਾਰ ਦੇ ਅਧੀਨ ਕਰ ਦਿੱਤੇ ਜਾਣਗੇ। ਉਤਪਾਦਨ ਦਾ ਉਦੇਸ਼ ਇਹ ਨਹੀਂ ਹੋਵੇਗਾ ਕਿ ਕਿਸੇ ਨੂੰ ਕੰਪਨੀ ਨੂੰ ਲਾਭ ਪਹੁੰਚਾਉਣਾ ਹੈ। ਉਤਪਾਦਨ ਦਾ ਉਦੇਸ਼ ਹੋਵੇਗਾ ਸੋਸਾਇਟੀ ਦੀਆਂ ਜ਼ਰੂਰਤਾਂ ਕੀ ਹਨ। ਇਸ ਤਰ੍ਹਾਂ ਸਮਾਜ ਦੀ ਵੰਡ ਸੰਪਤੀਹੀਣ ਅਤੇ ਸੰਪਤੀਸ਼ਾਲੀ ਲੋਕਾਂ ਦੇ ਵਿੱਚ ਨਹੀਂ ਰਹੇਗੀ, ਸਮਾਜ ਦੀ ਵਰਗ ਵੰਡ ਖਤਮ ਹੋ ਜਾਵੇਗੀ। ਕਿਉਂਕਿ ਜਿਹੜੇ ਲੋਕਾਂ ਕੋਲ ਪ੍ਰਾਪਰਟੀ ਹੈ, ਜਿਨ੍ਹਾਂ ਕੋਲ ਫੈਕਟਰੀਆਂ ਹਨ, ਉਹ ਖੋਹ ਲਈਆਂ ਜਾਣਗੀਆਂ, ਉਹਨਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਜਾਵੇਗਾ ਬਿਨਾਂ ਕਿ ਮੁਆਵਜ਼ਾ ਦਿੱਤੇ। ਸਮਾਜਵਾਦੀ ਰਾਜ ਦਮਨਕਾਰੀ ਕੰਮ ਵੀ ਕਰੇਗਾ, ਰਿਪਰੈਸਿਵ ਫੰਕਸ਼ਨ ਵੀ ਕਰੇਗਾ। ਸਮਾਜਵਾਦੀ ਰਾਜ ਉਸੇ ਤਰ੍ਹਾਂ ਦਮਨਕਾਰੀ ਕੰਮ ਕਰੇਗਾ ਜਿਸ ਤਰ੍ਹਾਂ ਇੱਕ ਪੂੰਜੀਵਾਦੀ ਰਾਜ ਦਮਨਕਾਰੀ ਕੰਮ ਕਰਦਾ ਹੈ। ਇਸ ਰਾਜ ਦੇ ਵਿੱਚ ਉਹਨਾਂ ਤੱਤਾਂ ਦਾ ਦਮਨ ਕੀਤਾ ਜਾਵੇਗਾ ਜਿਹੜੇ ਸਮਾਜਵਾਦ ਦੇ ਵਿਰੋਧੀ ਹਨ ਜਾਂ ਮਜ਼ਦੂਰਾਂ ਨੇ ਜਿਹੜੀ ਕ੍ਰਾਂਤੀ ਕੀਤੀ ਹੈ ਉਸ ਕ੍ਰਾਂਤੀ ਦੇ ਅਗੇਂਸਟ ਕਾਊਂਟਰ ਰੈਵੋਲੂਸ਼ਨ, ਬਦਲਵੀਂ ਕ੍ਰਾਂਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਮਾਜਵਾਦੀ ਰਾਜ ਦੁਆਰਾ ਪੂੰਜੀਵਾਦ ਦਾ ਸਮਰਥਨ ਕਰਨ ਵਾਲੇ ਸਾਰੇ ਤੱਤਾਂ ਦਾ ਪੂਰੀ ਤਰ੍ਹਾਂ ਦਮਨ ਕਰ ਦਿੱਤਾ ਜਾਵੇਗਾ। ਸਮਾਜਵਾਦੀ ਰਾਜ ਕਿਰਤ ਦੀ ਉਤਪਾਦਕਤਾ ਨੂੰ ਬਹੁਤ ਮਹੱਤਤਾ ਦੇਵੇਗਾ। ਸਮਾਜਵਾਦੀ ਰਾਜ ਦੁਆਰਾ ਇਸ ਤਰ੍ਹਾਂ ਦੇ ਯਤਨ ਕੀਤੇ ਜਾਣਗੇ ਕਿ ਕਿਰਤੀਆਂ ਦੀ ਪ੍ਰੋਡਕਟਿਵਿਟੀ ਵਧੇ, ਕੋਈ ਕਿਰਤੀ ਘੱਟ ਸਮਾਂ ਲਗਾ ਕੇ ਜ਼ਿਆਦਾ ਪ੍ਰੋਡਕਸ਼ਨ ਕਰ ਸਕੇ। ਇਸ ਨਾਲ ਇਸ ਉਦੇਸ਼ ਦੀ ਪ੍ਰਾਪਤੀ ਲਈ ਜਿਹੜੇ ਵੱਡੇ ਵੱਡੇ ਉਦਯੋਗ ਨੇ, ਭਾਰੇ ਉਦਯੋਗ ਨੇ, ਉਹਨਾਂ ਦੀ ਸਥਾਪਨਾ ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਵੇਗਾ। ਨਵੀਆਂ ਤਕਨੀਕਾਂ ਤੇ ਨਵੀਆਂ ਮਸ਼ੀਨਾਂ ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਵੇਗਾ ਤਾਂ ਕਿ ਪ੍ਰੋਡਕਸ਼ਨ ਵੀ ਪੂਰੀ ਹੋਵੇ, ਸੁਸਾਇਟੀ ਦੀਆਂ ਜ਼ਰੂਰਤਾਂ ਵੀ ਪੂਰੀਆਂ ਹੋਣ ਤੇ ਮਜ਼ਦੂਰਾਂ ਨੂੰ ਘੱਟ ਸਮਾਂ ਉੱਥੇ ਇਨਵੈਸਟ ਕਰਨਾ ਪਵੇ। ਮਜ਼ਦੂਰ ਬਾਕੀ ਦਾ ਸਮਾਂ ਹੈ ਜਿਹੜਾ ਆਪਣਾ ਉਹ ਸਮਾਜ ਦਾ ਜਿਹੜਾ ਸੱਭਿਆਚਾਰਕ ਜੀਵਨ ਹੈ ਉਸ ਦੇ ਲਈ, ਆਪਣੇ ਪਰਿਵਾਰ ਦੇ ਲਈ, ਆਪਣੇ ਮਨੋਰੰਜਨ ਦੇ ਲਈ ਵਿੱਚ ਬਤੀਤ ਕਰ ਸਕਣ। ਸਮਾਜਵਾਦੀ ਰਾਜ ਸੱਭਿਆਚਾਰ ਨੂੰ ਵੀ ਸਮਾਜਵਾਦੀ ਬਣਾਵੇਗਾ, ਸਮਾਜਵਾਦੀ ਸੱਭਿਆਚਾਰ ਦੀ ਸਥਾਪਨਾ ਕਰੇਗਾ, ਪੂੰਜੀਵਾਦੀ ਸੱਭਿਆਚਾਰ ਨੂੰ ਖਤਮ ਕਰੇਗਾ ਅਤੇ ਸਮਾਜਵਾਦੀ ਸੱਭਿਆਚਾਰ ਦੀ ਸਥਾਪਨਾ ਕੀਤੀ ਜਾਵੇਗੀ। ਇਸ ਉਦੇਸ਼ ਦੀ ਪੂਰਤੀ ਲਈ ਸਿੱਖਿਆ, ਕਲਾ, ਸਾਹਿਤ, ਪ੍ਰੈਸ, ਰੇਡੀਓ, ਟੀਵੀ ਇਹ ਸਾਰੇ ਸਾਧਨ ਜਿਹੜੇ ਇਹਨਾਂ ਤੇ ਪੂਰੀ ਤਰ੍ਹਾਂ ਸਟੇਟ ਦਾ ਕੰਟਰੋਲ ਹੋਵੇਗਾ। ਸਟੇਟ ਹਰ ਚੀਜ਼ ਦੇ ਧਿਆਨ ਰੱਖੇਗਾ ਕਿ ਕਿਸ ਤਰ੍ਹਾਂ ਦੀਆਂ ਕਵਿਤਾਵਾਂ ਲਿਖੀਆਂ ਜਾ ਰਹੀਆਂ ਹਨ, ਕਿਸ ਤਰ੍ਹਾਂ ਦੀਆਂ ਪੇਂਟਿੰਗਸ ਬਣਾਈਆਂ ਜਾ ਰਹੀਆਂ ਹਨ, ਕਿਸ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਜਾ ਰਹੀਆਂ ਹਨ, ਕਿਸ ਤਰ੍ਹਾਂ ਦੇ ਗੀਤ ਲਿਖੇ ਜਾ ਰਹੇ ਹਨ। ਹਰ ਚੀਜ਼ ਤੇ ਸਰਕਾਰ ਪੂਰੀ ਗਹਿਰੀ ਅੱਖ ਰੱਖੇਗਾ।
ਸਾਹਿਤ ਕਲਾ ਪੂਰੀ ਤਰ੍ਹਾਂ ਨਾਲ ਰਾਜ ਦੀ ਨਿਗਰਾਨੀ ਦੇ ਵਿੱਚ ਹੋਵੇਗੀ ਅਤੇ ਕੋਈ ਵੀ ਰਚਨਾ ਰਾਜ ਦੀ ਪ੍ਰਵਾਨਗੀ ਤੋਂ ਬਿਨਾਂ ਜਨਤਾ ਤੱਕ ਨਹੀਂ ਪਹੁੰਚ ਸਕੇਗੀ, ਕਿਉਂਕਿ ਜੋ ਸੱਭਿਆਚਾਰ ਹੈ ਉਹ ਕੇਵਲ ਮਨ ਪਰਚਾਵੇ ਦਾ ਸਾਧਨ ਨਹੀਂ ਹੈ, ਉਹ ਸਾਡੇ ਵਿਚਾਰਾਂ ਨੂੰ ਸ਼ੇਪ ਦਿੰਦਾ ਹੈ। ਤੇ ਪੂੰਜੀਵਾਦੀ ਸੱਭਿਆਚਾਰ ਅਤੇ ਸਮਾਜਵਾਦੀ ਸੱਭਿਆਚਾਰ, ਇਹਨਾਂ ਦਾ ਡਿਫਰੈਂਸ ਕੀ ਹੈ ਸਮਾਜਵਾਦੀ ਵਿਚਾਰਧਾਰਾ ਦੇ ਅਨੁਸਾਰ? ਇਹ ਕਹਿੰਦੇ ਜਿਹੜਾ ਪੂੰਜੀਵਾਦੀ ਸੱਭਿਆਚਾਰ ਹੈ ਉਹਦੇ ਵਿੱਚ ਅਮੀਰ ਲੋਕਾਂ ਕੋਲ ਜਿਹੜੀਆਂ ਚੀਜ਼ਾਂ ਹੁੰਦੀਆਂ ਹਨ ਉਹਨਾਂ ਦਾ ਗੁਣਗਾਨ ਕੀਤਾ ਜਾਂਦਾ ਹੈ, ਪੈਸੇ ਦਾ ਗੁਣਗਾਨ ਕੀਤਾ ਜਾਂਦਾ ਹੈ, ਪ੍ਰਾਪਰਟੀ ਦਾ ਗੁਣਗਾਨ ਕੀਤਾ ਜਾਂਦਾ ਹੈ, ਹੁਸਨ ਦਾ ਗੁਣਗਾਨ ਕੀਤਾ ਜਾਂਦਾ ਹੈ। ਪਰੰਤੂ ਜਿਹੜਾ ਸਮਾਜਵਾਦੀ ਸੱਭਿਆਚਾਰ ਹੋਵੇਗਾ ਉਹਦੇ ਵਿੱਚ ਗੁਣਗਾਨ ਕੀਤਾ ਜਾਵੇਗਾ ਕਿ ਇਸ ਵਿਅਕਤੀ ਦੀ ਸੁਸਾਇਟੀ ਨੂੰ ਕੀ ਕੰਟਰੀਬਿਊਸ਼ਨ ਹੈ, ਇਸਨੇ ਸਮਾਜ ਨੂੰ ਕੀ ਦਿੱਤਾ ਹੈ, ਇਹ ਵਿਅਕਤੀ ਕਿੰਨਾ ਕੰਮ ਕਰਦਾ ਹੈ। ਵੇਲ ਦਾ ਗੁਣਗਾਨ ਨਹੀਂ ਹੋਵੇਗਾ ਬਲਕਿ ਕਿਰਤ ਦਾ ਗੁਣਗਾਨ ਹੋਵੇਗਾ। ਇਸ ਤਰ੍ਹਾਂ ਜਿਹੜਾ ਪੂੰਜੀਵਾਦੀ ਸੱਭਿਆਚਾਰ ਹੈ, ਜਿੱਥੇ ਵੇਲ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਜਿੱਥੇ ਪੈਸੇ ਉਡਾਉਣ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਉਸ ਨੂੰ ਖਤਮ ਕਰਕੇ ਕਿਰਤ ਵਾਲਾ ਸੱਭਿਆਚਾਰ ਹੈ ਜਿਹੜਾ ਉਹ ਲਾਗੂ ਕੀਤਾ ਜਾਵੇਗਾ। ਸਮਾਜਵਾਦੀ ਵਿਚਾਰਧਾਰਾ ਅਨੁਸਾਰ ਸਮਾਜਵਾਦੀ ਲੋਕਤੰਤਰ ਦੇ ਵਿੱਚ ਇੱਕੋ ਰਾਜਨੀਤਿਕ ਦਲ ਹੋਵੇਗਾ, ਕਮਿਊਨਿਸਟ ਪਾਰਟੀ ਜਾਂ ਸਾਮਵਾਦੀ ਦਲ। ਇਹ ਕਹਿੰਦੇ ਨੇ ਕਿਉਂਕਿ ਜਿਹੜੇ ਵੱਖੋ ਵੱਖਰੇ ਦਲ ਬਣਦੇ ਹਨ ਉਹ ਆਪੋ ਜਦੋਂ ਸਾਡੇ ਵੱਖੋ ਵੱਖਰੀਆਂ ਕਲਾਸਿਸ ਹੁੰਦੀਆਂ ਹਨ ਸੋਸਾਇਟੀ ਦੇ ਵਿੱਚ, ਕੋਈ ਲੈਂਡਲੋਰਡਸ ਦੀ ਕਲਾਸ ਹੈ, ਕੋਈ ਵਪਾਰੀਆਂ ਦੀ ਕਲਾਸ ਹੈ, ਕੋਈ ਵਰਕਰਾਂ ਦੀ ਕਲਾਸ ਹੈ, ਉਹਨਾਂ ਦੇ ਹਿੱਤਾਂ ਦੀ ਰੱਖਿਆ ਲਈ ਹੁੰਦੇ ਹਨ। ਜਦੋਂ ਪ੍ਰਾਈਵੇਟ ਪ੍ਰਾਪਰਟੀ ਖਤਮ ਹੋ ਜਾਵੇਗੀ ਸੋਸਾਇਟੀ 'ਚੋਂ, ਸਾਰੇ ਲੋਕ ਕੰਮ ਕਰਨ ਵਾਲੇ ਰਹਿ ਜਾਣਗੇ, ਆਪੋ ਆਪਣੀ ਸਮਰੱਥਾ ਦੇ ਅਨੁਸਾਰ, ਆਪੋ ਆਪਣੀ ਕੁਆਲਿਟੀ ਦੇ ਅਨੁਸਾਰ ਹਰ ਵਿਅਕਤੀ ਕੰਮ ਕਰੇਗਾ, ਤਾਂ ਸਮਾਜ ਦੇ ਵਿੱਚੋਂ ਵਰਗ ਵੀ ਖਤਮ ਹੋ ਜਾਣਗੇ, ਸਾਰੇ ਲੋਕ ਕੰਮ ਕਰਨ ਵਾਲੇ ਰਹਿ ਜਾਣਗੇ, ਇੱਕੋ ਵਰਗ ਰਹਿ ਜਾਵੇਗਾ, ਕੰਮ ਕਰਨ ਵਾਲੇ ਲੋਕਾਂ ਦਾ ਵਰਗ। ਜਦੋਂ ਇੱਕੋ ਵਰਗ ਰਹਿ ਜਾਵੇਗਾ ਤਾਂ ਵਰਗ ਵਿਰੋਧਤਾ ਖਤਮ ਹੋ ਜਾਵੇਗੀ, ਵਿਰੋਧੀ ਹਿੱਤ ਖਤਮ ਹੋ ਜਾਣਗੇ ਅਤੇ ਫਿਰ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀਆਂ ਦੀ ਜ਼ਰੂਰਤ ਨਹੀਂ ਪਵੇਗੀ, ਇੱਕੋ ਰਾਜਨੀਤਿਕ ਪਾਰਟੀ ਹੀ ਕਾਫੀ ਹੋਵੇਗੀ। ਜਿਹੜੀ ਇਹ ਕਮਿਊਨਿਸਟ ਪਾਰਟੀ ਹੈ ਇਹ ਕੇਵਲ ਇਲੈਕਸ਼ਨ ਲੜਨ ਦਾ ਕੰਮ ਨਹੀਂ ਕਰ, ਕਮਿਊਨਿਸਟ ਪਾਰਟੀ ਦਾ ਸਾਰੀਆਂ ਸੰਸਥਾਵਾਂ ਤੇ ਕੰਟਰੋਲ ਹੁੰਦਾ ਹੈ। ਉਹ ਮੁੱਖ ਸੰਸਥਾਵਾਂ ਜਿਨ੍ਹਾਂ ਤੇ ਕਮਿਊਨਿਸਟ ਪਾਰਟੀ ਦਾ ਕੰਟਰੋਲ ਹੁੰਦਾ ਹੈ ਉਹ ਹੈ ਨੈਸ਼ਨਲ ਪੀਪਲ ਕਾਂਗਰਸ, ਮਿਨਿਸਟਰੀ, ਪ੍ਰੈਜ਼ੀਡੈਂਟ, ਮਿਲਟਰੀ ਕਮਿਸ਼ਨ, ਕੋਰਟਸ, ਇਹ ਸਾਰੀਆਂ ਚੀਜ਼ਾਂ ਨੇ, ਭਾਵ ਜੁਡੀਸ਼ਰੀ, ਸੈਨਾ, ਸਾਰਾ ਕੁਝ ਹੈ ਜਿਹੜਾ ਉਹ ਕਮਿਊਨਿਸਟ ਪਾਰਟੀ ਦੇ ਕੰਟਰੋਲ ਦੇ ਵਿੱਚ ਕੰਮ ਕਰਦਾ ਹੈ। ਸਮਾਜਵਾਦੀ ਵਿਚਾਰਧਾਰਾ ਦੇ ਅਨੁਸਾਰ ਜਿਹੜਾ ਬੁਰਜੂਆ ਲੋਕਤੰਤਰ ਹੈ, ਉਦਾਰਵਾਦੀ ਲੋਕਤੰਤਰ ਨੂੰ ਇਹ ਬੁਰਜੂਆ ਲੋਕਤੰਤਰ ਕਹਿੰਦੇ ਹਨ, ਉਹ ਤਾਂ ਸਿਰਫ ਕਹਿੰਦੇ ਵਿਖਾਵੇ ਦਾ ਲੋਕਤੰਤਰ ਹੈ। ਸਮਾਜਵਾਦੀ ਲੋਕਤੰਤਰ ਅਸਲੀ ਲੋਕਤੰਤਰ ਹੋਵੇਗਾ ਜਿੱਥੇ ਪੈਸੇ ਦੀ ਕੋਈ ਭੂਮਿਕਾ ਨਹੀਂ ਹੋਵੇਗੀ ਇਲੈਕਸ਼ਨ ਦੇ ਵਿੱਚ, ਤੇ ਨਾ ਰਾਜਨੀਤਿਕ ਅਹੁਦਿਆਂ ਦੇ ਵਿੱਚ। ਰਾਜਨੀਤਿਕ ਅਹੁਦਿਆਂ ਦੀ ਵੰਡ ਦਾ ਆਧਾਰ ਵਿਅਕਤੀ ਦੀ ਯੋਗਤਾ ਹੋਵੇਗੀ ਅਤੇ ਇਹ ਕੁਆਲਿਟੀ ਹੋਵੇਗੀ ਕਿ ਉਸ ਵਿਅਕਤੀ ਦੀ ਸਮਾਜਵਾਦ ਦੇ ਵਿੱਚ ਕਿੰਨੀ ਕੁ ਸ਼ਰਧਾ ਹੈ, ਕਿੰਨੀ ਕੁ ਨਿਸ਼ਠਾ ਹੈ। ਨਿਆਂਪਾਲਿਕਾ ਵੀ ਉਹ ਨਹੀਂ ਹੋਵੇਗੀ ਜਿਸ ਦੇ ਅੱਖਾਂ ਤੇ ਪੱਟੀ ਬੰਨੀ ਹੁੰਦੀ ਹੈ। ਨਿਆਂਪਾਲਿਕਾ ਵੀ ਉਹ ਹੋਵੇਗੀ ਜਿਸ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਹਨ, ਜਿਹੜੀ ਅੱਖਾਂ ਬੰਦ ਕਰਕੇ ਫੈਸਲਾ ਨਹੀਂ ਕਰੇਗੀ ਬਲਕਿ ਇੱਕ ਵਿਚਾਰਧਾਰਾ ਦੇ ਹੱਕ ਦੇ ਵਿੱਚ ਫੈਸਲੇ ਕਰੇਗੀ, ਇੱਕ ਉਦੇਸ਼ ਦੇ ਨਾਲ ਕੰਮ ਕਰੇਗੀ। ਇਸ ਲਈ ਜੱਜਾਂ ਦੀਆਂ ਨਿਯੁਕਤੀਆਂ ਇਕੱਲੀ ਉਹਨਾਂ ਦੀ ਪੜ੍ਹਾਈ ਦੇ ਆਧਾਰ ਤੇ ਨਹੀਂ ਕੀਤੀਆਂ ਜਾਣਗੀਆਂ, ਜੱਜਾਂ ਦੀਆਂ ਨਿਯੁਕਤੀਆਂ ਇਸ ਆਧਾਰ ਤੇ ਕੀਤੀਆਂ ਜਾਣਗੀਆਂ ਕਿ ਉਹਨਾਂ ਨੂੰ ਸਮਾਜਵਾਦੀ ਵਿਚਾਰਧਾਰਾ ਦੇ ਵਿੱਚ ਕਿੰਨੀ ਕੁ ਸ਼ਰਧਾ ਹੈ, ਕਿੰਨੀ ਕੁ ਨਿਸ਼ਠਾ ਹੈ। ਭਾਵ ਜਿਹੜੀ ਜੁਡੀਸ਼ਰੀ ਹੈ ਸਮਾਜਵਾਦੀ ਲੋਕਤੰਤਰ ਦੇ ਵਿੱਚ ਉਹ ਵੀ ਪੂਰੀ ਤਰ੍ਹਾਂ ਨਾਲ ਸਮਾਜਵਾਦੀ ਵਿਚਾਰਧਾਰਾ ਦੇ ਅਧੀਨ, ਕਮਿਊਨਿਸਟ ਪਾਰਟੀ ਦੇ ਅਧੀਨ ਕਾਰਜ ਕਰਦੀ ਹੈ। ਨੌਵਾਂ ਮੁੱਖ ਕਾਰਜ ਹੋਵੇਗਾ ਜਾਂ ਅਸੀਂ ਕਹ ਲਈਏ ਸਭ ਤੋਂ ਇੰਪੋਰਟੈਂਟ ਕਾਰਜ ਹੋਵੇਗਾ ਸਮਾਜਵਾਦੀ ਰਾਜ ਦਾ ਆਪਣੇ ਪਤਨ ਲਈ ਲੋੜੀਂਦੀਆਂ ਅਵਸਥਾਵਾਂ ਵਿਕਸਿਤ ਕਰਨੀਆਂ। ਮਾਰਕਸਵਾਦ ਕਹਿੰਦਾ ਹੈ ਕਿ ਰਾਜ ਦੀ ਜ਼ਰੂਰਤ ਤਾਂ ਪੈਂਦੀ ਹੈ ਜਿੱਥੇ ਦੋ ਕਲਾਸਿਸ ਹੋਣ, ਕਿਉਂਕਿ ਰਾਜ ਦਾ ਮੁੱਖ ਕੰਮ ਹੇਠਲੇ ਵਰਗ ਨੂੰ ਦਬਾਉਣਾ ਤੇ ਉੱਪਰਲੇ ਵਰਗ ਦੇ ਹਿੱਤਾਂ ਦੀ ਰੱਖਿਆ ਕਰਨਾ ਹੁੰਦਾ ਹੈ। ਜਦੋਂ ਸੁਸਾਇਟੀ ਦੇ ਵਿੱਚੋਂ ਪ੍ਰਾਈਵੇਟ ਪ੍ਰਾਪਰਟੀ ਖਤਮ ਹੋ ਗਈ, ਸਾਰੇ ਲੋਕ ਕੰਮ ਕਰਨ ਵਾਲੇ ਰਹਿ ਗਏ, ਤਾਂ ਫਿਰ ਕੋਈ ਵੱਖੋ ਵੱਖਰੀਆਂ ਕਲਾਸਿਸ ਨਹੀਂ ਰਹਿਣੀਆਂ, ਤਾਂ ਕਲਾਸਿਸ ਦੇ ਕੋਈ ਝਗੜੇ ਨਹੀਂ ਰਹਿਣੇ। ਇਸ ਲਈ ਸਟੇਟ ਦੀ ਜ਼ਰੂਰਤ ਨਹੀਂ ਪੈਣੀ ਤੇ ਨਾ ਹੀ ਗਵਰਨਮੈਂਟ ਦੀ ਜ਼ਰੂਰਤ ਪੈਣੀ ਹੈ। ਇਸ ਤੇ ਜਿਹੜਾ ਮਾਰਕਸਵਾਦ ਦਾ ਅੰਤਿਮ ਨਿਸ਼ਾਨਾ ਹੈ ਉਹ ਇਸ ਤਰ੍ਹਾਂ ਦੇ ਸਮਾਜ ਦੀ ਸਥਾਪਨਾ ਕਰਨਾ ਜਿੱਥੇ ਨਾ ਪ੍ਰਾਈਵੇਟ ਪ੍ਰਾਪਰਟੀ ਹੋਵੇ, ਨਾ ਵੱਖੋ ਵੱਖਰੇ ਵਰਗ ਹੋਣ, ਸਾਰੇ ਲੋਕ ਕੰਮ ਕਰਕੇ ਖਾਣ ਵਾਲੇ ਹੋਣ। ਜਦੋਂ ਸਾਰਿਆਂ ਦਾ ਇੱਕੋ ਵਰਗ ਹੋਵੇਗਾ, ਇੱਕੋ ਕਲਾਸ ਹੋਵੇਗੀ, ਤਾਂ ਸਮਾਜ ਤਾਂ ਰਹੇਗਾ, ਨਾ ਸਰਕਾਰ ਰਹੇਗੀ, ਨਾ ਰਾਜ ਰਹੇਗਾ। ਰਾਜਹੀਣ ਅਤੇ ਵਰਗਹੀਣ ਸਮਾਜ ਦੀ ਸਥਾਪਨਾ ਹੋ ਜਾਵੇ। ਮਾਰਕਸਵਾਦ ਜਿਹੜਾ ਵਰਗਹੀਣ ਸਮਾਜ ਦੀ ਗੱਲ ਕਰਦਾ ਹੈ, ਰਾਜਹੀਣ ਸਮਾਜ ਦੀ ਗੱਲ ਕਰਦਾ ਹੈ, ਉਸ ਨੂੰ ਸਮਝਣ ਲਈ ਇਹਨਾਂ ਨੇ ਇਤਿਹਾਸ ਦੀ ਕੀ ਵਿਆਖਿਆ ਕੀਤੀ ਹੈ, ਆਓ ਉਸ ਤੇ ਅਸੀਂ ਇੱਕ ਨਜ਼ਰ ਮਾਰਦੇ ਹਾਂ। ਮਾਰਕਸਵਾਦ ਦੀ ਵਿਚਾਰਧਾਰਾ ਕਹਿੰਦੀ ਹੈ ਕਿ ਵਿਸ਼ਵ ਦੇ ਵਿੱਚ, ਦੁਨੀਆ ਦੇ ਵਿੱਚ ਯੁੱਗ ਬਦਲਦੇ ਰਹੇ ਹਨ ਅਤੇ ਯੁੱਗ ਬਦਲਦੇ ਰਹਿਣਗੇ। ਇਹ ਕਹਿੰਦੇ ਨੇ ਕਿ ਹੁਣ ਤੱਕ ਇਹ 4 ਯੁੱਗ ਨੇ ਜਿਹੜੇ ਮਨੁੱਖਤਾ ਦੇਖ ਚੁੱਕੀ ਹੈ, ਬਾਕੀ ਦੇ ਜਿਹੜੇ ਯੁੱਗ ਨੇ ਉਹ ਫਿਊਚਰ ਦੇ ਵਿੱਚ ਆਉਣਗੇ। ਇਹਨਾਂ ਦੀ ਭਵਿੱਖਬਾਣੀ ਕੀਤੀ ਹੈ ਸਮਾਜਵਾਦ ਦੀ ਤੇ ਸਾਮਵਾਦ ਦੀ। ਮਾਰਕਸਵਾਦ ਦੇ ਅਨੁਸਾਰ ਪਹਿਲਾ ਯੁੱਗ ਕਿਹੜਾ ਸੀ? ਆਦਮ ਸਾਮਵਾਦੀ ਯੁੱਗ। ਆਦਮ ਭਾਵ ਬਹੁਤ ਪੁਰਾਣਾ, ਸਾਮਵਾਦ ਭਾਵ ਜਿੱਥੇ ਕੋਈ ਪ੍ਰਾਈਵੇਟ ਪ੍ਰਾਪਰਟੀ ਨਹੀਂ ਹੈ, ਨਾ ਸਟੇਟ ਹੈ, ਨਾ ਗਵਰਨਮੈਂਟ ਹੈ। ਇਹ ਵਰਗਹੀਣ ਸਮਾਜ ਹੈ। ਮਾਰਕਸਵਾਦੀ ਕਹਿੰਦੇ ਨੇ ਕਿ ਰਾਜ ਦੀ ਜ਼ਰੂਰਤ ਉੱਥੇ ਪੈਂਦੀ ਹੈ ਜਿੱਥੇ ਸਮਾਜ ਵੱਖੋ ਵੱਖਰੇ ਵਰਗਾਂ 'ਚ ਵੰਡਿਆ ਹੋਇਆ ਹੋਵੇ, ਇਸ ਲਈ ਇੱਥੇ ਰਾਜ ਵੀ ਨਹੀਂ ਹੈ। ਪਹਿਲਾ ਜਿਹੜਾ ਯੁੱਗ ਹੈ ਮਨੁੱਖਤਾ ਦਾ ਆਦਮ ਸਾਮਵਾਦੀ ਯੁੱਗ ਹੈ, ਜਿੱਥੇ ਸੁਸਾਇਟੀ ਦੀ ਕੋਈ ਵੰਡ ਨਹੀਂ ਹੈ
ਅਮੀਰ ਗਰੀਬ ਦੇ ਵਿੱਚ, ਪ੍ਰਾਪਰਟੀਹੀਣ ਤੇ ਪ੍ਰਾਪਰਟੀਸ਼ਾਲੀ ਦੇ ਵਿੱਚ, ਉੱਥੇ ਰਾਜ ਦੀ ਵੀ ਹੋਂਦ ਨਹੀਂ ਹੈ। ਫਿਰ ਜਦੋਂ ਕੁਝ ਲੋਕਾਂ ਨੇ ਕਿਸੇ ਭੂਮੀ ਤੇ ਕਬਜ਼ਾ ਕੀਤਾ, ਕੁਝ ਲੋਕਾਂ ਨੇ ਕੁਝ ਦੂਸਰੇ ਲੋਕਾਂ ਤੇ ਕਬਜ਼ਾ ਕੀਤਾ, ਨਵਾਂ ਯੁੱਗ ਸ਼ੁਰੂ ਹੋਇਆ ਜਿਹਨੂੰ ਦਾਸਾਂ ਦਾ ਯੁੱਗ ਕਿਹਾ ਜਾਂਦਾ ਹੈ। ਇਸ ਦੇ ਵਿੱਚ ਸੁਸਾਇਟੀ ਦੋ ਵਰਗਾਂ ਦੇ ਵਿੱਚ ਵੰਡੀ ਗਈ, ਮਾਲਕ ਤੇ ਦੂਜੇ ਪਾਸੇ ਦਾਸ। ਜਿੱਥੇ ਦੋ ਵਰਗ ਹੋ ਗਏ ਉੱਥੇ ਰਾਜ ਦੀ ਵੀ ਜ਼ਰੂਰਤ ਪਵੇਗੀ, ਸਰਕਾਰ ਦੀ ਵੀ ਜ਼ਰੂਰਤ ਪਵੇਗੀ, ਰਾਜ ਹੋਣ ਦੇ ਵਿੱਚ ਆ ਗਿਆ। ਫਿਰ ਯੁੱਗ ਬਦਲਿਆ, ਰਾਜ ਵੱਡੇ ਵੱਡੇ ਹੋਏ, ਜਾਗੀਰਦਾਰੀ ਯੁੱਗ ਆ ਗਿਆ ਜਿੱਥੇ ਦੋ ਲੋਕ ਨੇ ਜਿਹੜੇ ਦੋ ਕਲਾਸਿਸ ਦੇ ਵਿੱਚ ਵੰਡੇ ਗਏ, ਜਾਗੀਰਦਾਰ ਅਤੇ ਕਿਸਾਨ ਜਾਂ ਮੁਜਾਰੀ। ਇੱਥੇ ਵੀ ਦੋ ਕਲਾਸਿਸ ਨੇ, ਇੱਥੇ ਵੀ ਸਟੇਟ ਐਗਜ਼ਿਸਟ ਕਰਦੀ ਹੈ। ਫਿਰ ਯੁੱਗ ਬਦਲਿਆ, ਉਤਪਾਦਨ ਦੇ ਸਾਧਨ ਬਦਲੇ। ਜ਼ਮੀਨਾਂ 'ਚੋਂ ਜੋ ਉਤਪਾਦਨ ਹੁੰਦਾ ਸੀ ਉਸ ਨਾਲੋਂ ਕਈ ਗੁਣਾ ਜ਼ਿਆਦਾ ਉਤਪਾਦਨ ਸ਼ਹਿਰਾਂ ਦੇ ਵਿੱਚ, ਫੈਕਟਰੀਆਂ ਦੇ ਵਿੱਚ ਹੋਣ ਲੱਗਿਆ। ਪੂੰਜੀਵਾਦੀ ਯੁੱਗ ਆਇਆ। ਇੱਥੇ ਦੋ ਵੱਡੀਆਂ ਕਲਾਸਿਸ ਹੋ ਗਈਆਂ, ਪੂੰਜੀਪਤੀ ਅਤੇ ਮਜ਼ਦੂਰਾਂ ਦੀ। ਬਹੁਤੇ ਲੋਕ ਨੇ ਜਿਹੜੇ ਉਹ ਮਜ਼ਦੂਰਾਂ 'ਚ ਹੋ ਗਏ, ਜਿਹੜੇ ਅਮੀਰ ਲੋਕ ਜਿਨ੍ਹਾਂ ਨੇ ਪੈਸਾ ਇਕੱਠਾ ਕਰ ਲਿਆ, ਪੂੰਜੀ ਤੇ ਕਬਜ਼ਾ ਕਰ ਲਿਆ, ਉਹ ਪੂੰਜੀਪਤੀ ਹੋ ਗਏ। ਇੱਥੇ ਵੀ ਦੋ ਕਲਾਸਾਂ ਨੇ, ਇੱਥੇ ਵੀ ਸਟੇਟ ਹੈ। ਇਹ ਕਹਿੰਦੇ ਹਰੇਕ ਯੁੱਗ ਦੇ ਵਿੱਚ ਜਿਹੜੀ ਉੱਪਰਲੀ ਕਲਾਸ ਹੈ ਉਸ ਉੱਪਰਲੀ ਕਲਾਸ ਦੇ ਹਿੱਤਾਂ ਦੀ ਰੱਖਿਆ ਕਰਦੀ ਹੈ ਸਟੇਟ। ਜਿਵੇਂ ਪਹਿਲੀ ਸਟੇਜ ਦੇ ਵਿੱਚ ਕੋਈ ਸਟੇਟ ਨਹੀਂ ਹੈ, ਦੂਜੀ ਸਟੇਜ ਦੇ ਵਿੱਚ ਸਟੇਟ ਮਾਲਕਾਂ ਦੇ ਹਿੱਤਾਂ ਦੀ ਰੱਖਿਆ ਕਰਦੀ ਹੈ, ਦਾਸਾਂ ਨੂੰ ਦਬਾ ਕੇ ਰੱਖਦੀ ਹੈ। ਤੀਜੀ ਸਟੇਜ ਦੇ ਵਿੱਚ ਸਟੇਟ ਜਾਗੀਰਦਾਰਾਂ ਦੀ ਸੁਰੱਖਿਆ ਕਰਦੀ ਹੈ, ਕਿਸਾਨਾਂ ਨੂੰ ਦਬਾ ਕੇ ਰੱਖਦੀ ਹੈ। ਅਗਲੀ ਅਵਸਥਾ ਦੇ ਵਿੱਚ ਰਾਜ ਹੈ ਜਿਹੜਾ ਪੂੰਜੀਪਤੀਆਂ ਨੂੰ ਪ੍ਰਮੋਟ ਕਰਦਾ ਹੈ, ਮਜ਼ਦੂਰਾਂ ਨੂੰ ਦਬਾ ਕੇ ਰੱਖਦਾ ਹੈ। ਫਿਰ ਕਹਿੰਦੇ ਸਮਾਜਵਾਦ ਦਾ ਜੋ ਵਿਚਾਰ ਹੈ, ਜੋ ਭਵਿੱਖਬਾਣੀ ਹੈ ਸਮਾਜਵਾਦ ਦੀ, ਇਹ ਕਹਿੰਦੇ ਫਿਰ ਕ੍ਰਾਂਤੀ ਆਵੇਗੀ ਮਜ਼ਦੂਰਾਂ ਦੀ। ਕ੍ਰਾਂਤੀ ਦੇ ਦੌਰਾਨ ਜਿਹੜੇ ਮਜ਼ਦੂਰ ਨੇ ਸਾਰੇ ਸਿਸਟਮ ਤੇ ਆਪਣਾ ਕਬਜ਼ਾ ਕਰ ਲੈਣਗੇ, ਇਕਨੋਮੀ ਤੇ ਫੈਕਟਰੀਆਂ ਤੇ ਵੀ ਆਪਣਾ ਕਬਜ਼ਾ ਕਰ ਲੈਣਗੇ, ਰਾਜਨੀਤਿਕ ਪ੍ਰਬੰਧ ਤੇ ਪਹਿਲਾਂ ਕਬਜ਼ਾ ਕਰਨਗੇ, ਸਰਕਾਰ ਦੀਆਂ ਸੰਸਥਾਵਾਂ ਤੇ ਆਪਣਾ ਕਬਜ਼ਾ ਕਰਨਗੇ, ਪੁਲਿਸ, ਸੈਨਾ, ਜੁਡੀਸ਼ਰੀ ਸਾਰਾ ਕੁਝ ਮਜ਼ਦੂਰਾਂ ਦੇ ਕਬਜ਼ੇ ਦੇ ਵਿੱਚ ਹੋਵੇਗਾ। ਫਿਰ ਉਹ ਜੋ ਅਮੀਰ ਲੋਕਾਂ ਦੀਆਂ ਫੈਕਟਰੀਆਂ ਹਨ ਉਹਨਾਂ ਨੂੰ ਸਰਕਾਰੀ ਖੇਤਰ ਦੇ ਵਿੱਚ ਲਿਆਉਣਗੇ, ਜਨਤਕ ਖੇਤਰ ਦੇ ਵਿੱਚ ਲਿਆਉਣਗੇ। ਅਤੇ ਜਿਹੜੀ ਉਹ ਸਟੇਜ ਹੋਵੇਗੀ ਕ੍ਰਾਂਤੀ ਤੋਂ ਬਾਅਦ ਦੀ ਸਟੇਜ, ਜਿੱਥੇ ਰਾਜਨੀਤਿਕ ਸ਼ਕਤੀ ਤੇ ਮਜ਼ਦੂਰਾਂ ਦਾ ਕਬਜ਼ਾ ਹੋਵੇਗਾ, ਉਹ ਹੋਵੇਗਾ ਸਮਾਜਵਾਦ, ਸੋਸ਼ਲਿਜ਼ਮ, ਜਿੱਥੇ ਦੋ ਕਲਾਸਾਂ ਹੋਣਗੀਆਂ। ਇੱਕ ਤਾਂ ਮਜ਼ਦੂਰ ਹੋਣਗੇ, ਦੂਜਾ ਪੂੰਜੀਪਤੀਆਂ ਦੇ ਜਿਹੜੇ ਬਚੇ ਖੁਚੇ ਰਹਿੰਦ ਖੂੰਹਦ ਹੈ, ਬਚੇ ਖੁਚੇ ਅੰਸ਼ ਹੋਣਗੇ। ਇੱਥੇ ਵੀ ਕਿਉਂਕਿ ਦੋ ਕਲਾਸਿਸ ਹਨ ਇਸ ਲਈ ਇੱਥੇ ਵੀ ਸਟੇਟ ਐਗਜ਼ਿਸਟ ਕਰੇਗਾ, ਪਰੰਤੂ ਸਟੇਟ ਦੀਆਂ ਜੋ ਰਾਜ ਦੀਆਂ ਸਰਕਾਰ ਦੀਆਂ ਸੰਸਥਾਵਾਂ ਹਨ ਉੱਥੇ ਪੂੰਜੀਪਤੀਆਂ ਦਾ ਨਹੀਂ, ਮਜ਼ਦੂਰਾਂ ਦਾ ਕੰਟਰੋਲ ਹੋਵੇਗਾ। ਤੇ ਜਿਹੜਾ ਅੰਤਿਮ ਨਿਸ਼ਾਨਾ ਹੈ ਇਹ ਕਿਉਂਕਿ ਫਾਈਨਲ ਸਟੇਜ ਨਹੀਂ ਹੈ, ਇਹ ਤਾਂ ਇੱਕ ਟ੍ਰਾਂਜੀਸ਼ਨਲ ਸਟੇਜ ਹੈ। ਇਸ ਸਟੇਜ ਤੋਂ ਇਸ ਸਟੇਜ ਤੇ ਜਾਣ ਦਾ ਇਹ ਇੱਕ ਟ੍ਰਾਂਜੀਸ਼ਨ ਹੈ, ਰਸਤਾ ਹੈ। ਤੇ ਫਾਈਨਲ ਉਦੇਸ਼ ਕੀ ਹੈ ਮਾਰਕਸਵਾਦ ਦਾ? ਉਹ ਹੈ ਸਾਮਵਾਦ, ਭਾਵ ਕਮਿਊਨਿਜ਼ਮ ਲੈ ਕੇ ਆਉਣਾ। ਜਿਸ ਸਾਮਵਾਦ ਤੋਂ ਚੱਲੇ ਸੀ ਮਨੁੱਖਤਾ, ਜਿਸ ਕਮਿਊਨਿਜ਼ਮ ਤੋਂ ਚੱਲੇ ਸੀ ਉਸੇ ਹੀ ਕਮਿਊਨਿਜ਼ਮ ਤੇ ਵਾਪਸ ਆਉਣਾ। ਜਦੋਂ ਪੂੰਜੀਵਾਦ ਦੇ ਬੱਚੇ ਖੁੱਚੇ ਅੰਸ਼ ਇੱਥੇ ਨਸ਼ਟ ਹੋ ਜਾਣਗੇ, ਸਾਰੇ ਲੋਕ ਕੰਮ ਕਰਨ ਵਾਲੇ ਰਹਿ ਜਾਣਗੇ, ਤਾਂ ਫਿਰ ਵਰਗਹੀਣ ਸਮਾਜ ਦੀ ਸਥਾਪਨਾ ਹੋ ਜਾਵੇਗੀ ਤੇ ਫਿਰ ਸਾਮਵਾਦ ਆ ਜਾਏਗਾ। ਤੇ ਫਿਰ ਨਾ ਸਟੇਟ ਦੀ ਜ਼ਰੂਰਤ ਪਵੇਗੀ, ਨਾ ਗਵਰਨਮੈਂਟ ਦੀ ਜ਼ਰੂਰਤ ਪਵੇਗੀ। ਇਸ ਤਰ੍ਹਾਂ ਮਾਰਕਸਵਾਦ ਦੇ ਅਨੁਸਾਰ ਜੋ ਮਨੁੱਖਤਾ ਹੈ ਉਹ ਵਰਗਹੀਣ ਸਮਾਜ ਤੋਂ ਚੱਲੀ ਸੀ। ਵਰਗ ਉਦੋਂ ਬਣੇ ਜਦੋਂ ਪ੍ਰਾਈਵੇਟ ਪ੍ਰਾਪਰਟੀ ਹੋਂਦ ਚ ਆਈ। ਪ੍ਰਾਈਵੇਟ ਪ੍ਰਾਪਰਟੀ ਦੇ ਰੂਪ ਬਦਲਦੇ ਰਹੇ, ਯੁੱਗ ਬਦਲਦੇ ਰਹੇ। ਅਖੀਰ ਤੇ ਜਾ ਕੇ ਪ੍ਰਾਈਵੇਟ ਪ੍ਰਾਪਰਟੀ ਫਿਰ ਖਤਮ ਕਰ ਦਿੱਤੀ ਜਾਵੇਗੀ ਮਜ਼ਦੂਰਾਂ ਦੀ ਕ੍ਰਾਂਤੀ ਦੁਆਰਾ, ਅਤੇ ਫਿਰ ਵਰਗਹੀਣ ਸਮਾਜ ਦੀ ਸਥਾਪਨਾ ਕੀਤੀ ਜਾਵੇਗੀ। ਸਟੇਟ ਦੀ ਜ਼ਰੂਰਤ ਪਹਿਲਾਂ ਵੀ ਨਹੀਂ ਸੀ ਕਿਉਂਕਿ ਇਹ ਇੱਕ ਕੁਦਰਤੀ ਸੰਸਥਾ ਨਹੀਂ ਹੈ ਮਨੁੱਖ ਲਈ ਜਿਵੇਂ ਪਰਿਵਾਰ ਹੈ। ਸਟੇਟ ਦੀ ਜ਼ਰੂਰਤ ਉਦੋਂ ਪਈ ਸੀ ਜਦੋਂ ਸੁਸਾਇਟੀ ਦੀ ਵੰਡ ਦੋ ਵਰਗਾਂ ਦੇ ਵਿੱਚ ਕੀਤੀ ਗਈ ਸੀ। ਇਸ ਲਈ ਜਿੱਥੇ ਜਿੱਥੇ ਵਰਗ ਵੰਡ ਹੈ ਉੱਥੇ ਉੱਥੇ ਸਟੇਟ ਰਹੇਗਾ। ਜਦੋਂ ਵਰਗਹੀਣ ਸਮਾਜ ਸਥਾਪਿਤ ਹੋ ਜਾਏਗਾ ਉਦੋਂ ਸਟੇਟ ਵੀ ਅਲੋਪ ਹੋ ਜਾਏਗਾ, ਰਾਜ ਖਤਮ ਹੋ ਜਾਏਗਾ, ਰਾਜ ਦਾ ਪਤਨ ਹੋ ਜਾਵੇਗਾ। ਇਹ ਸੀ ਸਮਾਜਵਾਦੀ ਵਿਚਾਰਧਾਰਾ ਜਿਹੜੀ ਪਹਿਲਾਂ ਸਾਨੂੰ ਉਦਾਰਵਾਦੀ ਲੋਕਤੰਤਰ, ਜਿਸ ਨੂੰ ਇਹ ਬੁਰਜੂਆ ਲੋਕਤੰਤਰ ਆਖਦੇ ਹਨ, ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ। ਅਤੇ ਫਿਰ ਜੋ ਮਜ਼ਦੂਰਾਂ ਦੀ ਤਾਨਾਸ਼ਾਹੀ ਜਾਂ ਸਮਾਜਵਾਦੀ ਸ਼ਾਸਨ ਪ੍ਰਣਾਲੀ ਹੈ ਉਸ ਨੂੰ ਇਹ ਕਹਿੰਦੇ ਹਨ ਕਿ ਉਹ ਅਸਲੀ ਲੋਕਤੰਤਰ ਹੈ, ਵਾਸਤਵ ਲੋਕਤੰਤਰ ਹੈ। ਉਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ, ਉਸ ਦੀ ਵਿਆਖਿਆ ਕਰਦੀ ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।